ਹਰਮੀਤ ਸਿੰਘ ਜੀ, ਤੁਸੀਂ ਜਿੱਦਾਂ ਖਿਡਾਰੀ ਦੇ ਤੌਰ ਤੇ ਸਪਸ਼ਟ ਜੇ, ਉੱਦਾਂ ਸਿਆਸਤ ਦੇ ਵਿੱਚ ਵੀ ਬਹੁਤ ਸਪਸ਼ਟ ਗੱਲ ਕਰਦੇ ਜੇ। ਪਿਛਲੇ ਦਿਨੀ ਜਿੱਦਾਂ ਮਈ ਮਹੀਨੇ ਦੇ ਵਿੱਚ ਤੁਸੀਂ ਇੱਕ ਆਪਣੀ ਸਰਕਾਰ ਦੇ ਖਿਲਾਫ ਇੱਕ ਗੱਲ ਚੁੱਕੀ ਸੀਗੀ ਕਿ ਸਰਕਾਰ ਜਿਹੜੀ ਆ ਉਹ ਪਿਛਲੇ ਆਪਣੀਆਂ ਜਿਹੜੀਆਂ ਵਾਅਦੇ ਕੀਤੇ ਸੀਗੇ ਲੋਕਾਂ ਨਾਲ, ਉਹਨਾਂ ਦੇ ਖਰੀ ਨਹੀਂ ਉਤਰ ਰਹੀ ਤੇ 2 ਸਾਲ ਪਿੱਛੇ ਰਹਿ ਗਏ ਨੇ। ਤੇ ਜੇ ਸਰਕਾਰ ਨੇ ਆਪਣੇ ਵਾਅਦੇ ਜਿਹੜੇ ਪੂਰੇ ਨਾ ਕੀਤੇ ਤਾਂ ਉਹਨੂੰ ਵੀ ਪਿਛਲੀ ਬਾਦਲ ਸਰਕਾਰ ਵਾਂਗ ਜਿਹੜਾ ਲੋਕਾਂ ਦੇ ਵਿਰੋਧ ਦਾ ਸ਼ਿਕਾਰ ਹੋਣਾ ਪੈ ਸਕਦਾ। ਇਹਦੇ ਬਾਰੇ ਜਿਹੜੀ ਤੁਹਾਡੀ ਗੱਲ ਦੇਖੋ, ਬੇਸਿਕ ਤਾਂ ਇਸ਼ੂ ਹੈਗਾ ਕਿ ਜਿਹੜੇ ਸਾਡੇ 5-6 ਇਸ਼ੂ ਆ, ਹਾਂਜੀ ਉਹਦੇ ਵਿੱਚ ਪਾਵਰ ਪਰਚੇਜ਼ ਐਗਰੀਮੈਂਟ ਹੈਗੇ ਆ, ਉਹਦੇ ਵਿੱਚ ਜਿਹੜਾ ਫੂਡ ਸਕੈਮ ਹੋਇਆ ਸੀਗਾ ਉਹਦਾ ਆਊਟਕਮ ਹੈਗਾ, ਉਹਦੇ ਵਿੱਚ ਬੇਅਦਬੀਆਂ ਦਾ ਇਸ਼ੂ ਹੈਗਾ, ਉਹਦੇ ਵਿੱਚ ਡਰੱਗ ਦਾ ਇਸ਼ੂ ਹੈਗਾ, ਉਹਦੇ ਵਿੱਚ ਵਿਜੀਲੈਂਸ ਦਾ ਇਸ਼ੂ ਹੈਗਾ। ਸੋ ਇਹ 5-6 ਇਸ਼ੂ ਹੈਗੇ ਆ ਜਿਹੜੇ ਕਿ ਜਿਹਦੇ ਤੇ ਸਾਨੂੰ ਕੰਮ ਕਰਨ ਦੀ ਵੱਧ ਜ਼ਰੂਰਤ ਹੈ, ਕਿਉਂਕਿ ਜੇ ਇਹਦਾ ਆਊਟਕਮ ਨਹੀਂ ਆਉਂਦਾ ਤਾਂ ਉਹ ਅਲਟੀਮੇਟਲੀ, ਕਿਉਂਕਿ 3 ਸਾਲ ਹੁਣ ਲੰਘ ਗਏ ਆ, ਤੇ ਉਹਦਾ ਰਿਫਲੈਕਸ਼ਨ ਜਿਹੜਾ ਆ ਓਬਵੀਅਸਲੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਾਡੀ ਪਾਰਟੀ ਤੇ ਡੈਫੀਨੇਟਲੀ ਪਊਗਾ। ਸੋ ਇਸ ਕਰਕੇ ਉਹਦੇ ਲਈ ਮੈਂ ਤਾਂ, ਕਿਉਂਕਿ ਪਹਿਲਾਂ ਤਾਂ ਦੇਖੋ ਮੈਂ ਤਾਂ ਪ੍ਰੋਟੋਕਾਲ 'ਚ ਰਹਿ ਕੇ ਕੰਮ ਕਰਦਾ, ਪਹਿਲਾਂ ਅੰਦਰ ਵੜ ਕੇ, ਉਹਦੇ ਤੋਂ ਬਾਅਦ ਫਿਰ ਇੱਕ ਅੱਧੀ ਚਿੱਠੀ ਲਿਖ ਕੇ ਵੀ ਚਲੋ ਕਮ ਸੇ ਕਮ ਜਦੋਂ ਬੰਦੇ ਨੂੰ ਪਤਾ ਲੱਗੂਗਾ ਕਿ ਹਾਂ ਵੀ ਆਈ ਹੈਗੀ ਆ, ਫਿਰ ਜੇ ਨਹੀਂ ਤਾਂ ਫਿਰ ਪਬਲਿਕ ਪਲੇਟਫਾਰਮ ਤੇ, ਕਿਉਂਕਿ ਹੋਰ ਤਾਂ ਫਿਰ ਕੋਈ ਬਹੁਤੀ ਲੰਬੀ ਚੌੜੀ ਆਪਸ਼ਨ ਹੁੰਦੀ ਨਹੀਂ ਹੈ। ਲੇਕਿਨ ਗੱਲ ਸਿਰਫ ਇੱਕ ਸਿਸਟਮ ਦੀ ਆ, ਗੱਲ ਸਿਸਟਮ ਦੀ ਲੜਾਈ ਦੀ ਆ ਵੀ ਜੇ ਆਪਾਂ ਉਹਨੂੰ ਬਣਾ ਲਈਏ ਤਾਂ ਉਹਦੇ ਵਿੱਚੋਂ ਬਹੁਤ ਚੀਜ਼ਾਂ ਜਿਹੜੀਆਂ ਪੰਜਾਬ ਲਈ, ਕਿਉਂਕਿ ਪੰਜਾਬ ਅੱਜ 2.5 ਲੱਖ ਕਰੋੜ ਦੇ ਕਰਜ਼ੇ ਥੱਲੇ ਆ, ਚਾਹੇ ਉਹ ਕਿਸੇ ਘਰ ਤੇ ਹੋਵੇ, ਚਾਹੇ ਉਹ ਕਿਸੇ ਸੂਬੇ ਤੇ ਹੋਵੇ, ਚਾਹੇ ਉਹ ਦੇਸ਼ ਤੇ ਹੋਵੇ, ਤੇ ਉਹਦੇ ਨਾਲ ਸਾਰੀਆਂ ਚੀਜ਼ਾਂ ਰਿਲੇਟਡ ਹੁੰਦੀਆਂ, ਉਹਦੇ ਨਾਲ ਹੀ ਕਿਤੇ ਨਾ ਕਿਤੇ ਸਾਰਾ ਸਿਸਟਮ ਜਿਹੜਾ ਹੌਲੀ ਹੌਲੀ ਕਮਜ਼ੋਰ ਹੋਣ ਲੱਗ ਪੈਂਦਾ। ਔਰ ਇਹ ਨਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਿਸਟਮ ਇੰਨਾ ਹੀ ਕਮਜ਼ੋਰ ਹੋ ਜਾਵੇ, ਹੋਰ ਸਾਡੇ ਤੇ ਲੋਨ ਚੜੀ ਜਾਵੇ, ਤੇ ਆਉਣ ਵਾਲੀਆਂ ਜਨਰੇਸ਼ਨਸ ਜਿਨ੍ਹਾਂ ਨੂੰ ਅਸੀਂ ਹੈਲਥ ਸਿਸਟਮ ਦੇਣਾ, ਜਿਨ੍ਹਾਂ ਨੂੰ ਅਸੀਂ ਐਜੂਕੇਸ਼ਨ ਦੇਣੀ ਆ, ਜਿਨ੍ਹਾਂ ਨੂੰ ਅਸੀਂ ਸਿਕਿਉਰਿਟੀ ਦੇਣੀ ਆ, ਜਿਨ੍ਹਾਂ ਨੂੰ ਅਸੀਂ ਸੋਸ਼ਲ ਸਿਕਿਉਰਿਟੀ ਦੇਣੀ ਆ, ਉਹ ਜਿਹੜਾ ਮਾਈਂਡ ਸੈਟ ਆ ਉਹਦੇ ਵਿੱਚ ਕਮਜ਼ੋਰੀ ਆਉਣੀ ਸੁਭਾਵਿਕ ਹੈ ਜੇ ਸਾਡਾ ਘਰ ਦਾ ਜਿਹੜਾ ਸਿਸਟਮ ਹੈ ਇਨ ਆਰਡਰ ਨਾ ਹੋਇਆ। ਸੋ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਤੇ ਜਿਹੜੀਆਂ ਗੱਲਾਂ ਤੁਸੀਂ ਸਰਕਾਰ ਦੇ ਸਾਹਮਣੇ, ਉਸ ਤੋਂ ਬਾਅਦ ਤੁਹਾਨੂੰ ਕੈਪਟਨ ਸਾਹਿਬ ਨੇ ਬੁਲਾਇਆ ਵੀ ਸੀਗਾ, ਤੁਹਾਡੇ ਨਾਲ ਲੰਚ ਵੀ ਕੀਤਾ ਸੀਗਾ, ਉੱਥੇ ਤੁਹਾਡੀ ਕੀ ਗੱਲਬਾਤ ਹੋਈ ਤੇ ਕੀ ਭਰੋਸਾ ਦਿੱਤਾ? ਦੇਖੋ ਜਦੋਂ ਵੀ ਕਈ ਵਾਰੀ ਚਲੋ ਮੀਡੀਆ ਦੇ ਕੁਝ ਸੈਕਸ਼ਨ ਦੇ ਵਿੱਚ ਇਹ ਹੋ ਜਾਂਦਾ ਵੀ ਹੁਣ ਇਹ ਲੰਚ ਡਿਪਲੋਮੇਸੀ ਹੋ ਗਈ ਹੈ, ਹੁਣ ਲੰਚ ਖਾ ਕੇ ਆ ਗਏ। ਦੇਖੋ ਸਾਡੇ ਲੀਡਰ ਹੈ, ਲੀਡਰ ਨੂੰ ਦੱਸਣਾ ਸਾਡਾ ਫਰਜ਼ ਹੈ, ਕਿਉਂਕਿ ਜਾ ਕੇ ਕਨਵੇ ਕਰਨਾ, ਜਾਂ ਤਾਂ ਕਿਉਂਕਿ ਮੈਂ ਤਾਂ ਜੇ ਇਨ ਰਾਈਟਿੰਗ ਹੀ ਲੈ ਆਉਂਦੀਆਂ, ਬਹੁਤੀਆਂ ਤਾਂ ਪੋਲੀਟੀਕਲ ਬੰਦੇ ਕਦੀ ਵੀ ਰਾਈਟਿੰਗ 'ਚ ਨਹੀਂ ਲਿਆਉਂਦੇ, ਕਈ ਵਾਰੀ ਇਹ ਵੀ ਕਹਿ ਦਿੰਦੇ ਵੀ ਮੈਨੂੰ ਮਿਸਕੋਟ ਕਰਤਾ, ਮੈਨੂੰ ਆਹ ਕਰਤਾ, ਮੈਨੂੰ ਆਹ ਕਰਤਾ, ਪਰ ਮੈਂ ਤਾਂ ਗੱਲ ਸਾਫ਼ ਸ਼ਬਦਾਂ 'ਚ ਕਹਿੰਦਾ ਹੁੰਦਾ ਕਿ ਆਹ ਗੱਲ ਠੀਕ ਹੈਗੀ, ਆਪਾਂ ਇਹਦੇ ਤੇ ਪਹਿਰਾ ਦੇ ਲਈਏ। ਤੇ ਇਹ ਵੀ ਹੁੰਦਾ ਵੀ ਜਦੋਂ ਜਾਗੋ ਉਦੋਂ ਸਵੇਰਾ ਅੱਜ ਸ਼ੁਰੂ ਕਰ ਲਈਏ, ਜਿਹੜੀਆਂ ਚੀਜ਼ਾਂ ਜਿੱਥੇ ਨਹੀਂ ਆਉਂਦੀਆਂ ਹੈਗੀਆਂ ਆਪਾਂ ਪਤਾ ਕਰ ਲਈਏ ਵੀ ਆਹ ਕਰਨ ਵਾਲੀ ਜ਼ਰੂਰਤ ਹੈਗੀ। ਤੇ ਮੀਟਿੰਗ ਦੇ ਵਿੱਚ ਕੈਪਟਨ ਸਾਹਿਬ ਨੇ ਜਿਹੜਾ ਤੁਹਾਨੂੰ ਉੱਥੇ ਕੀ ਦੱਸਿਆ, ਉਹਦੇ ਬਾਰੇ ਜਿਹੜੇ ਤੁਸੀਂ ਗੱਲਾਂ ਰੱਖੀਆਂ ਸੀ? ਔਨ ਮੈਨੀ ਇਸ਼ੂਜ਼ ਹੀ ਐਗਰੀਡ, ਕਿਉਂਕਿ ਦੇਖੋ ਗੱਲ ਇਹ ਨਹੀਂ ਹੁੰਦੀ, ਗੱਲ ਇਹ ਹੈ ਕਿ ਇਸ਼ੂਜ਼ ਹੈਗੇ ਆ, ਬਟ ਉਹਦੇ 'ਚ ਉਹਦਾ ਆਊਟਕਮ ਕੀ ਆਉਂਦਾ ਹੈਗਾ, ਕਿਉਂਕਿ ਉਹਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਹੈਗੀ ਆ, ਕੋਈ ਲੀਗਲ ਪ੍ਰੋਬਲਮ ਹੈਗੀ ਆ। ਅਲਟੀਮੇਟਲੀ ਅਸੀਂ ਲੋਕਾਂ ਨੂੰ, ਦੇਖੋ ਡੈਮੋਕ੍ਰੇਸੀ ਦੀ ਬਿਊਟੀ ਕੀ ਆ ਕਿ ਤਿੰਨੇ ਵਿੰਗ ਇਹਦੇ ਕੰਮ ਕਰਦੇ ਆ, ਤੇ ਚੌਥਾ ਵਿੰਗ ਉਹਨੂੰ ਪਬਲਿਕ ਦੇ ਵਿੱਚ ਲੈ ਕੇ ਜਾਂਦਾ, ਵਿਚ ਇਜ਼ ਪ੍ਰੈਸ। ਬੇਸਿਕਲੀ ਸਾਨੂੰ ਉਹਨਾਂ ਨੂੰ ਕਨਵੇ ਕਰਨਾ ਚਾਹੀਦਾ ਕਿ ਹਾਂ ਵੀ ਦੀਜ਼ ਆਰ ਦਾ ਪੈਰਾਮੀਟਰਸ, ਅਸੀਂ ਐਸ ਤੇ ਆਹ ਕੰਮ ਕਰ ਰਹੇ ਹੈਗੇ ਆ, ਤੇ ਇਹਦਾ ਆਹ ਆਊਟਕਮ ਹੈ, ਇਹਦੇ ਵਿੱਚ ਆਹ ਲੀਗਲੀ ਪ੍ਰੋਬਲਮ ਹੈਗੀ ਆ, ਟੈਕਨੀਕਲ ਪ੍ਰੋਬਲਮ ਹੈਗੀ ਆ, ਇੰਨਾ ਹੋ ਸਕਦਾ, ਇੰਨਾ ਨਹੀਂ ਹੋ ਸਕਦਾ। ਉਹਦੇ ਨਾਲ ਕੀ ਹੁੰਦਾ ਕਿ ਡਾਊਟਸ ਜਿਹੜੀਆਂ ਉਹ ਕਲੀਅਰ ਹੋ ਜਾਂਦੀਆਂ, ਫਿਰ ਪਬਲਿਕ ਆਪਣਾ ਮਾਈਂਡ ਬਣਾਉਂਦੀ ਆ ਕਿ ਅਲਟੀਮੇਟਲੀ ਅਸੀਂ ਪੰਜਾਬ ਦੀ ਹੈਂਡਲਿੰਗ ਇਹਨਾਂ ਨੂੰ ਦੇਣੀ ਆ ਕਿ ਕਿਸੇ ਹੋਰ ਨੂੰ ਦੇਣੀ ਆ। ਸੋ ਉਹ ਕਲੈਰਿਟੀ ਮੈਨੂੰ ਲੱਗਦਾ ਕਿ ਸਿਸਟਮ ਦੇ ਵਿੱਚ ਹੋਣੀ ਚਾਹੀਦੀ ਆ, ਔਰ ਕਿਤੇ ਨਾ ਕਿਤੇ ਮਿਸਿੰਗ ਹੈ। ਇੱਕ ਜਿੱਦਾਂ ਹੁਣ ਆਪਣੇ ਨਵਜੋਤ ਸਿੱਧੂ ਜੀ ਹੈ, ਉਹਨਾਂ ਬਾਰੇ ਕੱਲ ਫਿਰ ਮੀਡੀਆ ਵਿੱਚ ਚਰਚਾ ਆਈ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਆ। ਆਮ ਆਦਮੀ ਪਾਰਟੀ ਦੇ ਕੇਜਰੀਵਾਲ ਸਾਹਿਬ ਨੇ ਵੀ ਅੱਜ ਬਿਆਨ ਦਿੱਤਾ ਕਿ ਸਿੱਧੂ ਦਾ ਸਵਾਗਤ ਹੈ। ਸਿੱਧੂ ਤੁਹਾਡੇ ਕਿਉਂਕਿ ਪੁਰਾਣੇ ਮਿੱਤਰ ਆ, ਤੁਸੀਂ ਇਕੱਠੇ ਰਹੇ ਸੀਗੇ, ਤੇ ਕਾਂਗਰਸ ਜਾਣ ਤੋਂ ਪਹਿਲੇ ਵੀ ਤੁਸੀਂ ਕੋਈ ਪ੍ਰੋਬਲਮ, ਦੇਖੋ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਬਹੁਤੀ ਸੱਚਾਈ ਹੈਗੀ ਆ। ਇਹ ਠੀਕ ਹੈ, ਮੈਂ ਪਿਛਲੇ ਹਫਤੇ ਵੀ ਗਿਆ ਸੀ, ਉਹ ਡਿਸਕਸ਼ਨ ਹੁੰਦੀ ਆ, ਬੇਸਿਕਲੀ ਇਸ਼ੂ ਬੇਸਡ ਡਿਸਕਸ਼ਨ ਹੁੰਦੀ ਆ, ਸਾਡਾ ਹੋਰ ਕੋਈ ਪਰਸਨਲ ਏਜੰਡਾ ਹੀ ਹੈ ਨਹੀਂਗਾ। ਤੇ ਇਸ਼ੂ ਬੇਸ ਜਦੋਂ ਪੋਲਿਟਿਕਸ ਕਰਨੀ ਹੈਗੀ ਆ ਤਾਂ ਫਿਰ ਉਹਦੇ ਵਿੱਚ ਦੇਖੋ ਕਹਿਣਾ ਤਾਂ ਪਊਗਾ, ਕਨਵੇ ਤਾਂ ਕਰਨਾ ਪਊਗਾ। ਇਹ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਮਾਨਦਾਰ ਬੰਦੇ ਨਹੀਂ ਹੈ, ਪਰ ਅਸਲੀ ਗੱਲ ਹੈ ਕਹਿਣੋਂ ਹਟ ਗਏ।
ਜਿਹੜੀ ਰੀਅਲ ਡੈਮੋਕ੍ਰੇਸੀ ਦੀ ਸੈਂਸ ਹੈ ਨਾ, ਅਸੀਂ ਕੀ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਅਸੀਂ ਅਧਿਕਾਰ ਦੇ ਦਿੱਤੇ ਬਈ ਲੋਕਾਂ ਨੇ ਤਾਂ ਕਾਂਗਰਸ ਪਾਰਟੀ ਨੂੰ ਅਧਿਕਾਰ ਦਿੱਤੇ, ਕਾਂਗਰਸ ਪਾਰਟੀ ਨੇ ਗਾਂਹ ਇੱਕ ਕੈਬਨਿਟ ਬਣਾ ਲਈ, ਕੈਬਨਿਟ ਨੇ ਵੀ ਗਾਂਹ ਅਧਿਕਾਰ ਦੇ ਦਿੱਤੇ, ਫਿਰ ਆਪਾਂ ਕਿਉਂ ਨਹੀਂ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਜਿਹੜੀ ਆ ਉੱਧਰ ਨੂੰ ਤੁਰ ਪੈਂਦੇ? ਕਿਉਂਕਿ ਜੇ ਕੋਈ ਬੰਦੇ ਨੇ, ਹੁਣ ਦਿੱਲੀ ਵੀ ਕੀ ਹੋ ਰਿਹਾ, ਮੋਦੀ ਤੇ ਅਮਿਤ ਸ਼ਾਹ ਤੋਂ ਬਿਨਾਂ ਤਾਂ ਹੋਰ ਕੋਈ ਡਿਸੀਜਨ ਮੇਕਰ ਤਾਂ ਹੈ ਨਹੀਂਗਾ, ਤਾਂ ਫਿਰ ਮੈਨੂੰ ਲੱਗਦਾ ਇਹਨਾਂ ਨੂੰ ਲਿਖ ਕੇ ਹੀ ਦੇ ਦੇਣਾ ਚਾਹੀਦਾ ਵੀ ਹਾਂ ਵੀ ਅਸੀਂ ਸਾਰੇ ਅਧਿਕਾਰ ਤੁਹਾਨੂੰ ਦਿੱਤੇ, ਤੁਸੀਂ ਜੋ ਡਿਸੀਜਨ ਲੈਣਾ ਲੈ ਲਓ। ਸੋ ਡਿਸਕਸ਼ਨ ਦੇਖੋ, ਡੈਮੋਕ੍ਰੇਸੀ ਦੇ ਵਿੱਚ ਡਿਸਕਸ਼ਨ ਇੱਕ ਬਹੁਤ ਇੰਪੋਰਟੈਂਟ ਰੋਲ ਹੈ। ਹਰ ਬੰਦਾ ਜਿਹੜਾ ਆ ਉਹ ਆਪਣੇ ਜ਼ਿੰਦਗੀ ਦੇ ਤਜਰਬੇ ਨੂੰ ਕੈਰੀ ਕਰਦਾ ਹੈਗਾ ਤੇ ਉਹਨੂੰ ਆਪਣੀ ਇਨਪੁਟ ਪਾਉਣੀ ਚਾਹੀਦੀ ਆ, ਸੁਣਨ ਵਾਲੇ ਨੂੰ ਸੁਣਨੀ ਚਾਹੀਦੀ ਆ, ਦੱਸਣ ਵਾਲੇ ਨੂੰ ਦੱਸਣੀ ਚਾਹੀਦੀ ਆ, ਉਹਦੇ ਵਿੱਚੋਂ ਜੋ ਬੈਸਟ ਉਸ ਵੇਲੇ ਸੋਲੂਸ਼ਨ ਲੱਭ ਸਕਦਾ ਉਹਦੇ ਤੇ ਸਾਨੂੰ ਪਹਿਰਾ ਦੇ ਲੈਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਵੀ ਸਿੱਧੂ ਸਾਹਿਬ ਆਮ ਆਦਮੀ ਪਾਰਟੀ 'ਚ ਜਾਣਗੇ? ਨਹੀਂ ਦੇਖੋ, ਮੈਨੂੰ ਕੋਈ ਆਈਡੀਆ ਨਹੀਂ ਹੈਗਾ ਕਿਉਂਕਿ ਨਾ ਇੱਦਾਂ ਦੀ ਕਦੀ ਕੋਈ ਗੱਲ ਹੀ ਹੋਈ ਹੈਗੀ ਆ। ਮੈਂ ਤਾਂ ਇਹ ਠੀਕ ਆ ਵੀ ਉਦੋਂ ਜਦੋਂ ਉਹਨਾਂ ਨੇ ਮਿਨਿਸਟਰੀ ਛੱਡੀ ਹੈਗੀ ਆ, ਮੈਂ ਉਦੋਂ ਕਿਹਾ ਸੀਗਾ ਕਿ ਯਾਰ ਦੇਖੋ ਅਲਟੀਮੇਟਲੀ ਤੁਹਾਨੂੰ ਪਾਵਰ, ਦੇਖੋ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਆ ਉਹ ਜੇ ਮੈਂ ਉਹਦੀ ਬੈਕਗਰਾਊਂਡ ਤੁਹਾਨੂੰ ਥੋੜ੍ਹੀ ਜਿਹੀ ਜਿੰਨੀ ਕੁ ਮੈਨੂੰ ਗੱਲ ਸਮਝ ਆਈ ਆ ਵੀ ਸਾਨੂੰ ਸਰਦੀਆਂ 'ਚ 3,500 ਮੈਗਾਵਾਟ ਬਿਜਲੀ ਚਾਹੀਦੀ ਆ ਤੇ ਪੈਡੀ ਸੀਜ਼ਨ 'ਚ ਪੀਕ 'ਚ ਸਾਨੂੰ 14,000 ਮੈਗਾਵਾਟ ਚਾਹੀਦੀ ਆ। ਸਾਡੇ ਕੋਲ 8,500 9,000 ਦਾ ਅਰੇਂਜਮੈਂਟ ਹੈਗਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ 5,000 ਮੈਗਾਵਾਟ ਦੇ ਨਵੇਂ ਪ੍ਰੋਜੈਕਟ ਜਦੋਂ ਲਿਆ ਕੇ ਲਾਏ ਆ ਤੇ ਉਹਦੀ 100% ਬਾਈਬੈਕ ਕਰ ਲਈ ਆ, ਜਦ ਕਿ ਦੁਨੀਆ ਦੇ ਉੱਤੇ ਕਿਤੇ ਨਹੀਂ 100% ਬਾਈਬੈਕ ਹੁੰਦਾ। ਗੁਜਰਾਤ ਦੇ ਵਿੱਚ ਨਹੀਂ ਹੋਇਆ ਜਾਂ ਕਿਤੇ ਹੋਰ ਨਹੀਂ ਹੋਇਆ। ਔਰ ਉਹਦਾ ਨੁਕਸਾਨ ਕੀ ਆ ਕਿ ਸਾਨੂੰ 3 ਮਹੀਨੇ ਸਿਰਫ ਪੈਡੀ ਸੀਜ਼ਨ ਲਈ ਹੀ 14,000 ਮੈਗਾਵਾਟ ਚਾਹੀਦੀ, ਅਦਰਵਾਈਜ਼ ਸਾਡੀ 8,500 ਤੋਂ ਵੱਧ ਕੰਜ਼ੰਪਸ਼ਨ ਹੈ ਨਹੀਂ। ਇਹਦਾ ਮਤਲਬ ਇਹ ਹੋਇਆ ਵੀ ਅਸੀਂ ਇੱਕ ਕੰਮ ਕਰਨ ਵਾਲਾ ਪੂਰੇ ਸਾਲ ਦੀ ਤਨਖਾਹ ਤੇ ਰੱਖ ਲਿਆ, ਲੇਕਿਨ ਕੰਮ ਅਸੀਂ 3 ਮਹੀਨੇ ਲੈਂਦੇ ਆ, ਲੇਕਿਨ ਜਿਹੜੇ 9 ਮਹੀਨੇ ਆ ਅਸੀਂ ਉਹਨੂੰ ਤਨਖਾਹ ਦੇਣੀ ਪੈਣੀ ਆ। ਇਹਦਾ ਮਤਲਬ ਇਹ ਹੋਇਆ ਵੀ ਅਸੀਂ ਜਿੰਨੀ ਵੀ ਬਿਜਲੀ ਹੈਗੀ ਆ ਜਦੋਂ ਬਾਈਬੈਕ ਕਰਦੇ ਆ ਤੇ ਉਹਦਾ ਨੁਕਸਾਨ ਬਹੁਤ ਵੱਡਾ ਕਿ ਜਦੋਂ ਉਹਦੀ ਰੇਸ਼ੋ ਨਿਕਲਦੀ ਆ ਤਾਂ ਫਿਰ ਉਹ, ਔਰ ਦੂਸਰੇ ਉਹਦੇ ਵਿੱਚ ਇਹ ਵੀ ਪ੍ਰੋਬਲਮ ਹੈਗੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵਾਸ਼ਿੰਗ ਵਾਲੀ ਇਸ਼ੂ ਹੈਗਾ ਜਾਂ ਇਹ ਇਸ਼ੂ ਹੈਗੇ ਆ ਜਿੱਥੇ 1000 ਕਰੋੜ ਦਾ 2000 ਕਰੋੜ ਦਾ, ਉੱਥੇ ਇਹ ਪ੍ਰੋਬਲਮ ਵੀ ਹੈਗੀ ਆ ਵੀ ਹਰ ਸਾਲ ਇਹ ਲਗਭਗ 1 ਰੁਪਈਆ 56 ਪੈਸੇ ਐਵਰੇਜ ਵਧੂਗੀ ਤੇ 5-7 ਸਾਲਾਂ ਤੱਕ ਜਦੋਂ ਇਹ 20 ਤੋਂ 22 ਰੁਪਏ ਜਾਂ 25 ਰੁਪਏ ਹੋ ਗਏ, ਅਸੀਂ ਇੰਡਸਟਰੀ ਦੀ ਗੱਲ ਕਰਦੇ ਹਾਂ, ਇੱਥੇ ਤਾਂ ਇੱਕ ਬਲਬ ਜਗਾਉਣਾ ਵੀ ਔਖਾ ਹੋ ਜਾਊਗਾ। ਸੋ ਦੀਜ਼ ਆਰ ਦਾ ਪੋਲਿਸੀ ਮੈਟਰ ਜਿਹਦੇ ਤੇ ਡਿਸਕਸ਼ਨ ਕਰਨੀ ਚਾਹੀਦੀ ਆ, ਡਿਬੇਟ ਕਰਨੀ ਚਾਹੀਦੀ ਹੈ, ਐਕਸਪਰਟ ਓਪੀਨੀਅਨ ਲੈਣੀ ਚਾਹੀਦੀ ਆ, ਕਿਉਂਕਿ ਜਿੰਨਾ ਚਿਰ ਅਸੀਂ ਇਹਨਾਂ ਮੁੱਦਿਆਂ ਤੇ ਖੜਦੇ ਨਹੀਂ ਹੈ, ਡਿਸਕਸ ਨਹੀਂ ਕਰਦੇ, ਉਹਨਾਂ ਚਿਰ ਅਸੀਂ ਕਈ ਵਾਰ ਇਹ ਵੀ ਕਹਿਣ ਲੱਗ ਪੈਂਦੇ ਦੇਖੋ ਜੀ ਬਾਬੂ ਸ਼ਾਹੀ ਭਾਰੀ ਆ, 2 ਬੰਦੇ ਡਿਸਕਸ਼ਨ ਕਰਦੇ ਆ, ਜਿਹੜਾ ਉਹਦੇ ਚੋਂ ਕਨਵਿੰਸ ਕਰਾ ਗਿਆ, ਜਿਹੜਾ ਉਹਦੇ ਵਿੱਚੋਂ ਲੌਜੀਕਲ ਡਿਸਕਸ਼ਨ ਕਰ ਗਿਆ, ਉਹਦੀ ਗੱਲ ਮੰਨੀ ਜਾਣੀ ਹੈਗੀ ਆ। ਸੋ ਤੁਸੀਂ ਇੰਟੈਲੀਜੈਂਟ ਹੋਣੇ ਚਾਹੀਦੇ ਆ, ਪੜ੍ਹੋ, ਡਿਸਕਸ ਕਰੋ। ਸਮਾਜ ਦੇ ਵਿੱਚ ਬਹੁਤ ਚੰਗੇ ਬੰਦੇ ਬੈਠੇ ਆ, ਉਹਨਾਂ ਕੋਲ ਜਾ ਕੇ ਉਹਨਾਂ ਦੇ ਸਲਾਹ ਮਸ਼ਵਰਾ ਕਰੋ ਵੀ ਸਾਨੂੰ ਕੀ ਕਰਨਾ ਚਾਹੀਦਾ। ਸਾਨੂੰ ਸੰਗਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਹਰ ਬੰਦੇ ਨੂੰ ਹਰ ਚੀਜ਼ ਦੀ ਨੌਲੇਜ ਨਹੀਂ ਹੁੰਦੀ, ਲੇਕਿਨ ਉਸ ਐਕਸਪਰਟ ਓਪੀਨੀਅਨ ਲੈ ਲਓ ਜਿਹੜੇ ਕ੍ਰੈਡੀਬਲ ਫੇਸਿਸ ਹੈਗੇ ਆ, ਤਾਂ ਕਿ ਆਪਾਂ ਜਦੋਂ ਪੰਜਾਬ ਦੀ ਗੱਲ ਕਰਨੀ, ਜਿਹੜੀ ਗੱਲ ਮੈਨੂੰ ਨਹੀਂ ਪਤਾ ਮੈਨੂੰ ਪੁੱਛ ਲੈਣੀ ਚਾਹੀਦੀ ਹੈ। ਸੌਰੀ ਫਿਗਰ ਸਾਰੇ ਪੰਜਾਬ ਦੇ ਸਾਹਮਣੇ, ਸਾਰੀ ਦੁਨੀਆ ਦੇ ਸਾਹਮਣੇ ਨਹੀਂ ਬਣਨਾ ਚਾਹੀਦਾ। ਤੁਸੀਂ ਇੱਕ ਬੰਦੇ ਨੂੰ ਕਮਰੇ 'ਚ ਬਿਠਾਓ ਵੀ ਹਾਂ ਵੀ ਦੱਸ ਯਾਰ ਸਾਨੂੰ ਅਸੀਂ ਕੀ ਕਰਨਾ ਚਾਹੀਦਾ, ਉਹ ਕਰਾ ਲਓ। ਠੀਕ ਹੈ ਜੀ। ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਦੇ ਮਾਮਲੇ ਵਿੱਚ ਕੱਲ੍ਹ ਪਰਸੋਂ ਇੱਕ ਖਬਰ ਆਈ ਹੈ ਕਿ ਉਹਨਾਂ ਦੀ ਬਦਲੀ ਤੋਂ ਲੈ ਕੇ ਵਿਧਾਇਕਾਂ ਦੇ ਵਿੱਚ ਆਪਸੀ ਕੋਈ, ਵੈਸੇ ਮੈਨੂੰ ਤਾਂ ਇਹ ਨਹੀਂ ਸਮਝ ਆਈ, ਮੈਂ ਤਾਂ ਨਾ ਕਿਸੇ ਅਸੀਂ ਇਕੱਠੇ ਗਏ ਹੈਗੇ ਇਸ ਟੌਪਿਕ ਤੇ ਨਾ ਇੱਦਾਂ ਦੀ ਕਿਤੇ ਡਿਸਕਸ਼ਨ ਹੀ ਹੋਈ ਆ। ਮੈਂ ਤਾਂ ਆਪਣੇ ਵਿਧਾਇਕਾਂ ਦੇ ਨਾਲ ਉਹਨਾਂ ਨੂੰ ਕਹਿੰਦਾ ਹੁੰਦਾ ਵੀ ਭਾਈ ਦੱਸੋ ਜਿਹੜਾ ਲੋੜ ਆ ਤੁਸੀਂ ਲਵਾ ਲਓ, ਕਿਉਂਕਿ ਸਾਡੇ ਜਿਹੜੀ ਬੇਸਿਕਲੀ ਕਾਰਪੋਰੇਸ਼ਨ ਦੀ ਪਰਫਾਰਮੈਂਸ ਹੈ ਨਹੀਂ, ਕਿਉਂਕਿ ਲੀਡਰਸ਼ਿਪ ਸਾਡੇ ਕੋਲੋਂ ਦੇ ਨਹੀਂ ਹੋਈ ਤੇ ਕਿਉਂਕਿ ਸਿਸਟਮ ਥੱਲਿਓਂ ਚੱਲ ਨਹੀਂ ਸਕਿਆ ਤੇ ਉਹਦੇ ਵਿੱਚ ਕਿਉਂਕਿ ਖਿੱਚੋ ਤਾਂ ਰਹਿੰਦੀ ਆ, ਕਮਿਸ਼ਨਰ ਕੁਛ ਹੋਰ ਗੱਲ ਕਹਿੰਦਾ, ਮੇਅਰ ਕੁਛ ਹੋਰ ਗੱਲ ਕਹਿੰਦਾ, ਪਰ ਅਲਟੀਮੇਟਲੀ ਲੋਕਾਂ ਨੂੰ ਤਾਂ ਡਿਲੀਵਰੀ ਚਾਹੀਦੀ ਆ। ਸੋ ਮੇਰਾ ਖਿਆਲ ਹੈ ਵੀ ਦੇਖੋ ਤੁਹਾਡੇ ਵੀ ਪੱਤਰਕਾਰਾਂ ਨੂੰ ਇਸ ਗੱਲ ਨੂੰ ਕਿਸੇ ਨਾ ਕਿਸੇ ਲੈਵਲ ਤੇ ਪਤਾ ਕਰ ਲੈਣਾ ਚਾਹੀਦਾ, ਸਾਡੇ ਕੋਲੋਂ ਵੀ ਗੱਲ ਪੁੱਛ ਲੈਣੀ ਚਾਹੀਦੀ ਵੀ ਇੱਦਾਂ ਦੀ ਕੋਈ ਗੱਲ ਹੋਈ, ਕਿਉਂਕਿ ਅਸੀਂ ਚਾਰੇ ਇਕੱਠੇ ਗਏ ਨਹੀਂ। ਸੋ ਇਹ ਤਾਂ ਕਿਤੇ ਮੈਨੂੰ ਲੱਗਦਾ ਕਿਤੇ ਸਿਸਟਮ ਦੇ ਵਿੱਚੋਂ ਹੀ, ਜਿੱਦਾਂ ਸਿੱਧੂ ਬਾਰੇ ਕਈ ਗੱਲ ਉੱਠ ਆਉਂਦੀ ਆ, ਇੱਦਾਂ ਹੀ ਕਿਤੇ। ਠੀਕ ਹੈ ਜੀ, ਧੰਨਵਾਦ ਜੀ। ਰਾਈਟ ਸਰ।